प्यारे विद्यार्थियों, मैं टीनू सिंगला साइंस मिस्ट्रेस सरकारी हाई स्कूल सरहंद शहर फतेहगढ़ साहब तो ਅੱਜ ਦੇ ਸਾਇੰਸ ਰੇਸ ਸੈਸ਼ਨ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਬੱਚੋ, ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ ਗਰਮੀ ਦਾ ਮੌਸਮ ਹੈ ਅਤੇ ਸਾਰੇ ਤੁਸੀਂ ਘਰ ਵਿੱਚ ਸ਼ਰਬਤ ਤਾਂ ਬਣਾਉਂਦੇ ਹੀ ਹੋਵੋਗੇ। ਜਦੋਂ ਤੁਸੀਂ ਪਾਣੀ ਵਿੱਚ ਸ਼ਰਬਤ ਦਾ 1 ਚਮਚ ਪਾ ਦਿੰਦੇ ਹੋ ਤਾਂ ਉਸ ਨੂੰ ਘੋਲਣ ਤੇ ਸਾਰੇ ਪਾਣੀ ਦਾ ਰੰਗ ਬਦਲ ਜਾਂਦਾ ਹੈ। ਤਾਂ ਤੁਸੀਂ ਇੱਥੋਂ ਕੀ ਨੋਟ ਕਰਦੇ ਹੋ ਕਿ ਉਸ ਸ਼ਰਬਤ ਦੇ 1 ਚਮਚ ਨੂੰ ਪਾਣੀ ਵਿੱਚ ਪਾਉਣ ਤੇ ਸਾਰੇ ਪਾਣੀ ਵਿੱਚ ਉਸ ਸ਼ਰਬਤ ਦੇ ਕਣ ਮਿਲ ਗਏ। ਤਾਂ ਇਸ ਤੋਂ ਆਪਾਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਕੋਈ ਵੀ ਪਦਾਰਥ ਛੋਟੇ-ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਸੋ ਆਪਣਾ ਅੱਜ ਦਾ ਟੌਪਿਕ ਇਹਨਾਂ ਕਣਾਂ ਬਾਰੇ ਹੀ ਹੈ। ਆਪਾਂ ਪੜਾਂਗੇ ਕਿ ਇਹ ਕਣ 2 ਤਰ੍ਹਾਂ ਦੇ ਹੁੰਦੇ ਹਨ। ਆਪਣਾ ਟੌਪਿਕ ਹੈ ਪਰਮਾਣੂ ਅਤੇ ਅਣੂ, ਐਟਮਸ ਐਂਡ ਮੋਲੀਕਿਊਲਸ। ਪਿਆਰੇ ਵਿਦਿਆਰਥੀਓ, ਪਦਾਰਥ ਕੀ ਹੈ? ਪਦਾਰਥ ਕੋਈ ਵੀ ਵਸਤੂ ਜਿਹੜੀ ਥਾਂ ਘੇਰਦੀ ਹੋਵੇ ਅਤੇ ਜਿਸ ਦਾ ਕੋਈ ਪੁੰਜ ਹੋਵੇ ਉਸ ਨੂੰ ਅਸੀਂ ਪਦਾਰਥ ਕਹਿੰਦੇ ਹਾਂ। ਜਿਵੇਂ ਤੁਸੀਂ ਆਪਣੇ ਆਸ-ਪਾਸ ਨਿਗਾਹ ਮਾਰ ਕੇ ਵੇਖੋ, ਕੋਈ ਮੇਜ਼ ਹੈ ਜਾਂ ਕੋਈ ਕੁਰਸੀ ਹੈ ਜਾਂ ਕੋਈ ਅਲਮਾਰੀ ਹੈ, ਇਹ ਸਭ ਚੀਜ਼ਾਂ ਪਦਾਰਥ ਹੀ ਹਨ। ਕਿਉਂਕਿ ਇਹ ਥਾਂ ਵੀ ਘੇਰਦੀਆਂ ਹਨ ਅਤੇ ਇਹਨਾਂ ਦਾ ਕੋਈ ਨਾ ਕੋਈ ਪੁੰਜ ਵੀ ਹੈ। ਹੁਣ ਆਪਾਂ ਜੇ ਪਦਾਰਥ ਨੂੰ ਵਾਰ-ਵਾਰ ਵੰਡਦੇ ਜਾਈਏ ਤਾਂ ਪਦਾਰਥ ਛੋਟੇ-ਛੋਟੇ ਕਣਾਂ ਵਿੱਚ ਵੰਡਿਆ ਜਾਵੇਗਾ। ਵਾਰ-ਵਾਰ ਵੰਡਣ ਤੇ ਅੰਤ ਵਿੱਚ ਇੱਕ ਅਜਿਹੀ ਸੀਮਾ ਆ ਜਾਵੇਗੀ ਜਦੋਂ ਇਹਨਾਂ ਕਣਾਂ ਨੂੰ ਹੋਰ ਛੋਟੇ ਕਣਾਂ ਵਿੱਚ ਨਹੀਂ ਵੰਡਿਆ ਜਾ ਸਕੇਗਾ। ਸੋ ਅਜਿਹੇ ਨਾ ਵੰਡਣਯੋਗ ਸੂਖਮਤਮ ਕਣ, ਇਹਨਾਂ ਨੂੰ ਹੀ ਪਰਮਾਣੂ ਕਿਹਾ ਗਿਆ। ਪਰਮਾਣੂ ਕੀ ਹੋਇਆ? ਨਾ ਵੰਡਣਯੋਗ ਸੂਖਮਤਮ ਕਣ, ਜਿਨ੍ਹਾਂ ਨੂੰ ਹੋਰ ਬਾਰੀਕ ਕਣਾਂ ਵਿੱਚ ਨਹੀਂ ਵੰਡਿਆ ਜਾ ਸਕਦਾ, ਉਸ ਨੂੰ ਪਰਮਾਣੂ ਕਹਿੰਦੇ ਹਨ। ਪਿਆਰੇ ਵਿਦਿਆਰਥੀਓ, ਇੱਥੇ ਹੁਣ ਆਪਾਂ ਤੱਤ ਅਤੇ ਯੌਗਿਕ ਦੀ ਵੀ ਗੱਲ ਕਰਾਂਗੇ। ਤੱਤ ਵਿੱਚ ਸਾਰੇ ਪਰਮਾਣੂ ਇੱਕ ਸਮਾਨ ਹੁੰਦੇ ਹਨ। ਜਿਸ ਤਰ੍ਹਾਂ ਆਪਾਂ ਉਦਾਹਰਨ ਦੇ ਤੌਰ ਤੇ ਸੋਨੇ ਦੀ ਗੱਲ ਕਰੀਏ, ਸੋਨਾ ਇੱਕ ਤੱਤ ਹੈ ਜਿਸ ਦੇ ਸਾਰੇ ਪਰਮਾਣੂ ਇੱਕੋ ਜਿਹੇ ਹੀ ਹੁੰਦੇ ਹਨ। ਇਸੇ ਤਰ੍ਹਾਂ ਚਾਂਦੀ, ਇਹ ਵੀ ਇੱਕ ਹੋਰ ਤੱਤ ਹੈ ਜਿਸ ਦੇ ਸਾਰੇ ਪਰਮਾਣੂ ਇੱਕ ਸਮਾਨ ਹੁੰਦੇ ਹਨ। ਹੁਣ ਜਦੋਂ ਵੀ ਕੋਈ 2 ਜਾਂ 2 ਤੋਂ ਵੱਧ ਤੱਤ ਮਿਲਦੇ ਹਨ ਤਾਂ ਉਹ ਇੱਕ ਯੌਗਿਕ ਦਾ ਨਿਰਮਾਣ ਕਰਦੇ ਹਨ। 2 ਜਾਂ 2 ਤੋਂ ਵੱਧ ਤੱਤ ਮਿਲ ਕੇ ਇੱਕ ਯੌਗਿਕ ਦਾ ਨਿਰਮਾਣ ਕਰਦੇ ਹਨ ਅਤੇ ਅਜਿਹੀ ਕਿਰਿਆ ਜਿਸ ਵਿੱਚ ਤੱਤ ਮਿਲ ਕੇ ਯੌਗਿਕ ਬਣਾਉਂਦੇ ਹਨ ਉਸ ਨੂੰ ਆਪਾਂ ਰਸਾਇਣਿਕ ਸੰਯੋਜਨ ਕਹਿੰਦੇ ਹਾਂ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਤੱਤ ਹੈ, ਉਹ ਇੱਕ ਹੋਰ ਵੱਖਰੇ ਤੱਤ B ਦੇ ਨਾਲ ਮਿਲਿਆ, ਕੰਬਾਈਨ ਕੀਤਾ ਤਾਂ ਇੱਕ ਰਸਾਇਣਿਕ ਕਿਰਿਆ ਹੋਈ ਜਿਸ ਦੇ ਸਿੱਟੇ ਵਜੋਂ ਆਪਣੇ ਕੋਲੇ AB ਯੌਗਿਕ ਦਾ ਨਿਰਮਾਣ ਹੋਇਆ। ਪਿਆਰੇ ਵਿਦਿਆਰਥੀਓ, 18ਵੀਂ ਸਦੀ ਦੇ ਅੰਤ ਤੱਕ ਵਿਗਿਆਨਿਕਾਂ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੱਤਾਂ ਅਤੇ ਯੌਗਿਕਾਂ ਦੇ ਵਿੱਚ ਕੀ ਅੰਤਰ ਹੈ ਅਤੇ ਉਹਨਾਂ ਨੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੱਤ ਆਪਸ ਵਿੱਚ ਸੰਯੋਜਨ ਕਰਦੇ ਹਨ ਤਾਂ ਕੀ ਹੁੰਦਾ ਹੈ, ਸੰਯੋਜਨ ਤੋਂ ਬਾਅਦ ਕੀ ਵਾਪਰਦਾ ਹੈ ਅਤੇ ਤੱਤ ਸੰਯੋਜਨ ਕਿਉਂ ਅਤੇ ਕਿਵੇਂ ਕਰਦੇ ਹਨ। 2 ਵਿਗਿਆਨੀਆਂ ਲੈਵੋਜ਼ੀਅਰ ਅਤੇ ਜੋਸੇਫ ਨੇ ਇਸੇ ਸੰਬੰਧ ਵਿੱਚ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਉਹਨਾਂ ਨੇ ਆਪਣੇ ਪ੍ਰਯੋਗੀ ਕਾਰਜਾਂ ਤੋਂ ਬਾਅਦ ਰਸਾਇਣਿਕ ਸੰਯੋਜਨ ਦੇ 2 ਨਿਯਮ ਸਥਾਪਿਤ ਕੀਤੇ। ਆਓ ਹੁਣ ਆਪਾਂ ਰਸਾਇਣਿਕ ਸੰਯੋਜਨ ਦੇ ਇਹਨਾਂ ਨਿਯਮਾਂ ਬਾਰੇ ਪੜ੍ਹੀਏ। ਪਹਿਲਾ ਨਿਯਮ ਹੈ ਪੁੰਜ ਸੁਰੱਖਿਅਨ ਦਾ ਨਿਯਮ। पुंज सुरक्षण का नियम और लॉ ऑफ कंजर्वेशन ऑफ मास। पुंज यानी कि मास। दूसरा नियम है स्थिर अनुपात का नियम। स्थिर अनुपात का नियम और लॉ ऑफ कांस्टेंट प्रोपोर्शंस। ਆਪਾਂ ਹੁਣ ਵਾਰੀ-ਵਾਰੀ ਇੱਕ-ਇੱਕ ਕਰਕੇ ਇਹਨਾਂ ਨਿਯਮਾਂ ਦਾ ਅਧਿਐਨ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਪਹਿਲਾ ਨਿਯਮ ਹੈ ਪੁੰਜ ਸੁਰੱਖਿਅਨ ਦਾ ਨਿਯਮ। ਇਸ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਦੌਰਾਨ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦਾ ਵਿਨਾਸ਼ ਕੀਤਾ ਜਾ ਸਕਦਾ ਹੈ। ਇਸ ਨੂੰ ਆਪਾਂ ਇੱਕ ਸੌਖੀ ਜਿਹੀ ਉਦਾਹਰਨ ਲੈ ਕੇ ਸਮਝ ਲੈਂਦੇ ਹਾਂ ਕਿ ਜਦੋਂ ਵੀ 2 ਰਿਐਕਟੈਂਟਸ ਰਿਐਕਟ ਕਰਦੇ ਹਨ ਤਾਂ ਆਪਣੇ ਕੋਲ ਇੱਕ ਪ੍ਰੋਡਕਟ ਬਣਦਾ ਹੈ।
दो रिएक्टेंट्स ਆਪਾਂ ਮੰਨ ਲਓ A ਅਤੇ B ਲਏ। ਜੇ A 4 ਗ੍ਰਾਮ ਅਤੇ B 6 ਗ੍ਰਾਮ ਹੈ ਤਾਂ ਆਪਣੇ ਕੋਲੇ C ਪ੍ਰੋਡਕਟ 10 ਗ੍ਰਾਮ ਮਿਲਦਾ ਹੈ। ਹੁਣ ਆਪਾਂ ਰਿਐਕਟੈਂਟਸ ਦੇ ਪੁੰਜ ਦਾ ਟੋਟਲ ਕਰਕੇ ਵੇਖਾਂਗੇ ਤਾਂ 4 + 6 ਵੀ 10 ਹੋਏਗਾ ਅਤੇ ਆਪਣੇ ਕੋਲੇ C ਵੀ 10 ਗ੍ਰਾਮ ਹੀ ਪ੍ਰਾਪਤ ਹੋਇਆ ਹੈ। ਸੋ ਇਸ ਦਾ ਮਤਲਬ ਹੈ ਕਿ ਇਸ ਰਸਾਇਣਿਕ ਕਿਰਿਆ ਦੇ ਵਿੱਚ ਨਾ ਤਾਂ ਪੁੰਜ ਦਾ ਕਿਤੋਂ ਸਿਰਜਣ ਹੋਇਆ ਤੇ ਨਾ ਹੀ ਵਿਨਾਸ਼। ਹੁਣ ਆਪਾਂ ਇਸੇ ਨਿਯਮ ਨੂੰ ਇੱਕ ਹੋਰ ਉਦਾਹਰਨ ਨਾਲ ਵੀ ਸਮਝ ਸਕਦੇ ਹਾਂ। ਇਸ ਤਰ੍ਹਾਂ ਦੋ ਮੋਲੀਕਿਊਲ ਹਾਈਡਰੋਜਨ ਦੇ ਇੱਕ ਮੋਲੀਕਿਊਲ ਆਕਸੀਜਨ ਦੇ ਨਾਲ ਰਿਐਕਟ ਕਰਦੇ ਹਨ ਤਾਂ ਦੋ ਮੋਲੀਕਿਊਲ ਵਾਟਰ ਦੇ ਪ੍ਰਾਪਤ ਹੁੰਦੇ ਹਨ। ਇਸ ਰਸਾਇਣਿਕ ਕਿਰਿਆ ਦੌਰਾਨ 4 ਗ੍ਰਾਮ ਹਾਈਡਰੋਜਨ 32 ਗ੍ਰਾਮ ਆਕਸੀਜਨ ਦੇ ਨਾਲ ਕੰਬਾਈਨ ਕਰਦੀ ਹੈ ਅਤੇ ਸਾਨੂੰ 36 ਗ੍ਰਾਮ ਵਾਟਰ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਹੁਣ ਜੇ ਆਪਾਂ ਦੋਨੋਂ ਰਿਐਕਟੈਂਟਸ ਦੇ ਪੁੰਜਾਂ ਦਾ ਟੋਟਲ ਕਰਕੇ ਵੇਖੀਏ ਤਾਂ ਇਹ ਵੀ 36 ਗ੍ਰਾਮ ਹੀ ਹੋਏਗਾ। ਸੋ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਰਿਐਕਸ਼ਨ ਦੇ ਖੱਬੇ ਪਾਸੇ ਰਿਐਕਟੈਂਟਸ ਦੇ ਪੁੰਜਾਂ ਦਾ ਟੋਟਲ ਵੀ 36 ਗ੍ਰਾਮ ਹੈ ਅਤੇ ਰਿਐਕਸ਼ਨ ਦੇ ਸੱਜੇ ਪਾਸੇ ਪ੍ਰੋਡਕਟਸ ਦੇ ਪੁੰਜਾਂ ਦਾ ਟੋਟਲ ਵੀ 36 ਗ੍ਰਾਮ ਹੈ। ਸੋ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸੇ ਰਸਾਇਣਿਕ ਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਪਿਆਰੇ ਬੱਚਿਓ, ਦੂਸਰਾ ਨਿਯਮ ਹੈ ਸਥਿਰ ਅਨੁਪਾਤ ਦਾ ਨਿਯਮ। ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਇਸ ਨਿਯਮ ਨੂੰ ਆਪਾਂ ਇੱਕ ਉਦਾਹਰਨ ਦੁਆਰਾ ਸਮਝਦੇ ਹਾਂ। ਆਪਣੇ ਕੋਲੇ ਇੱਕ ਯੌਗਿਕ ਹੈ ਕਾਰਬਨ ਡਾਈਆਕਸਾਈਡ। ਹੁਣ ਇਹ ਕਾਰਬਨ ਡਾਈਆਕਸਾਈਡ ਯੌਗਿਕ ਦੋ ਵੱਖ-ਵੱਖ ਤੱਤਾਂ ਤੋਂ ਮਿਲ ਕੇ ਬਣਿਆ ਹੈ, ਇੱਕ ਕਾਰਬਨ ਅਤੇ ਇੱਕ ਆਕਸੀਜਨ। ਹੁਣ ਇੱਥੇ ਇਹ ਮੈਟਰ ਨਹੀਂ ਕਰਦਾ ਕਿ ਇਹ ਯੌਗਿਕ ਕਿਸ ਤਰੀਕੇ ਨਾਲ ਬਣਾਇਆ ਗਿਆ ਹੈ ਜਾਂ ਇਸ ਨੂੰ ਕਿਸ ਸਰੋਤ ਤੋਂ ਪ੍ਰਾਪਤ ਕੀਤਾ ਗਿਆ ਹੈ। ਜਿਸ ਮਰਜ਼ੀ ਕਿਰਿਆ ਦੁਆਰਾ ਇਹ ਯੌਗਿਕ ਬਣਿਆ ਹੋਵੇ, ਇਸ ਯੌਗਿਕ ਵਿੱਚ ਜਿਹੜੇ ਤੱਤ ਮੌਜੂਦ ਹਨ ਉਹ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਹੀ ਹੋਣਗੇ ਹਮੇਸ਼ਾ। ਆਪਾਂ ਦੇਖੀਏ ਪਹਿਲੀ ਰਿਐਕਸ਼ਨ ਕਾਰਬਨ ਪਲੱਸ ਆਕਸੀਜਨ ਮਿਲ ਕੇ ਬਣੇ ਹਨ ਕਾਰਬਨ ਡਾਈਆਕਸਾਈਡ। ਦੂਜੀ ਰਿਐਕਸ਼ਨ ਆਪਾਂ ਲੈ ਲਈਏ CH4 मीथेन प्लस ऑक्सीजन मिलके बने कार्बन डाइऑक्साइड एंड वाटर। ते तीसरी ਆਪਾਂ ਗੱਲ ਕਰ ਸਕਦੇ ਹਾਂ ਸਾਹ ਕਿਰਿਆ ਦੌਰਾਨ ਵੀ ਕਾਰਬਨ ਡਾਈਆਕਸਾਈਡ ਗੈਸ ਦੀ ਉਪਜ ਹੁੰਦੀ ਹੈ। ਇਹ ਤਿੰਨ ਵੱਖ-ਵੱਖ ਕਿਰਿਆਵਾਂ ਹਨ ਔਰ ਇਹਨਾਂ ਤਿੰਨਾਂ ਕਿਰਿਆਵਾਂ ਦੇ ਵਿੱਚ ਆਪਣੇ ਕੋਲੇ ਪ੍ਰੋਡਕਟ ਹੈ ਕਾਰਬਨ ਡਾਈਆਕਸਾਈਡ। ਹੁਣ ਇਸ ਕਾਰਬਨ ਡਾਈਆਕਸਾਈਡ ਦੇ ਵਿੱਚ ਜਿਹੜੇ ਦੋ ਤੱਤ ਹਨ ਕਾਰਬਨ ਅਤੇ ਆਕਸੀਜਨ, ਇਹਨਾਂ ਦੇ ਅਨੁਪਾਤ ਪੁੰਜਾਂ ਦੇ ਅਨੁਪਾਤ ਨੂੰ ਆਪਾਂ ਸਟੱਡੀ ਕਰਦੇ ਹਾਂ ਕਾਰਬਨ ਆਕਸੀਜਨ। ਆਪਾਂ ਇੱਥੇ ਪਰਮਾਣੂ ਪੁੰਜ ਦੀ ਗੱਲ ਕਰਾਂਗੇ ਜਿਸ ਦੇ ਬਾਰੇ ਆਪਾਂ ਵੈਸੇ ਹਲੇ ਅੱਗੇ ਜਾ ਕੇ ਜ਼ਿਆਦਾ ਡਿਟੇਲ ਵਿੱਚ ਸਟੱਡੀ ਕਰਾਂਗੇ। ਕਾਰਬਨ ਦਾ ਪਰਮਾਣੂ ਪੁੰਜ ਹੁੰਦਾ ਹੈ 12 ਅਤੇ ਆਕਸੀਜਨ ਦਾ ਪਰਮਾਣੂ ਪੁੰਜ ਹੁੰਦਾ ਹੈ 16। ਹੁਣ ਇੱਥੇ ਇਸ ਕੇਸ ਵਿੱਚ ਆਪਣੇ ਕੋਲ ਹੈ O2, ਯਾਨੀ ਕਿ ਇੱਥੇ ਆਪਣੇ ਕੋਲੇ ਆਕਸੀਜਨ ਦੇ ਦੋ ਪਰਮਾਣੂ ਹਨ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਅਣੂ ਹੈ। ਦੋ ਪਰਮਾਣੂ ਨੇ ਤਾਂ ਆਪਾਂ ਇੱਥੇ ਨੂੰ ਗੁਣਾ ਕਰਾਂਗੇ 2 ਨਾਲ। ਕਾਰਬਨ ਦਾ ਇੱਥੇ ਇੱਕ ਹੀ ਪਰਮਾਣੂ ਹੈ, ਇਹਦਾ ਪਰਮਾਣੂ ਪੁੰਜ ਹੈ 12 ਤੇ ਆਕਸੀਜਨ ਦਾ ਪਰਮਾਣੂ ਪੁੰਜ ਹੁੰਦਾ ਹੈ 16। ਠੀਕ ਹੈ, ਹੁਣ ਇੱਥੇ ਆਪਣੇ ਕੋਲੇ 12 ਅਨੁਪਾਤ 16 ਦੂਣੀ 32, 32 ਆ ਗਿਆ। ਇਸ ਨੂੰ ਆਪਾਂ ਅੱਗੇ ਹੋਰ ਇਸ ਦਾ ਛੋਟਾ ਨੰਬਰ ਬਣਾਉਣ ਲਈ 2 ਦੇ ਭਾਗ ਕਰਕੇ ਵੇਖਾਂਗੇ। ਆਪਣੇ ਕੋਲੇ ਆ ਗਿਆ 6 ਤੇ ਇੱਧਰ ਆ ਗਿਆ 16। ਹੋਰ ਛੋਟਾ ਨੰਬਰ ਲੈ ਕੇ ਜਾਣ ਲਈ ਆਪਾਂ ਇਸ ਨੂੰ ਫਿਰ 2 ਤੇ ਭਾਗ ਕਰਕੇ ਵੇਖਾਂਗੇ। ਹੁਣ ਇਹ ਬਣਿਆ ਆਪਣੇ ਕੋਲੇ 3 ਅਨੁਪਾਤ 8। ਹੁਣ ਕਾਰਬਨ ਡਾਈਆਕਸਾਈਡ ਯੌਗਿਕ ਦੇ ਵਿੱਚ ਹਮੇਸ਼ਾ ਕਾਰਬਨ ਅਤੇ ਆਕਸੀਜਨ ਦੇ ਪੁੰਜ ਦਾ ਅਨੁਪਾਤ ਹੈ ਜਿਹੜਾ ਉਹ 3 ਅਨੁਪਾਤ 8 ਹੀ ਰਹੇਗਾ, ਬੇਸ਼ੱਕ ਕਾਰਬਨ ਡਾਈਆਕਸਾਈਡ ਕਿਸ ਮਰਜ਼ੀ ਸਰੋਤ ਤੋਂ ਪੈਦਾ ਕੀਤੀ ਗਈ ਹੋਵੇ। ਠੀਕ ਹੈ, ਹੁਣ ਆਪਾਂ ਇਸ ਨੂੰ ਇੱਕ ਹੋਰ ਉਦਾਹਰਨ ਨਾਲ ਸਮਝ ਸਕਦੇ ਹਾਂ। ਪਾਣੀ, ਵਾਟਰ। ਪਾਣੀ ਵੀ ਇੱਕ ਯੌਗਿਕ ਹੈ ਔਰ ਇਹ ਕਿਹੜੇ-ਕਿਹੜੇ ਤੱਤਾਂ ਤੋਂ ਮਿਲ ਕੇ ਬਣਿਆ ਹੈ? ਹਾਈਡਰੋਜਨ ਅਤੇ ਆਕਸੀਜਨ। ਪਾਣੀ ਨੂੰ ਬੇਸ਼ੱਕ ਕਿੱਥੋਂ ਮਰਜ਼ੀ ਪ੍ਰਾਪਤ ਕਰ ਲਓ ਤੁਸੀਂ, ਬੇਸ਼ੱਕ ਆਪਾਂ ਟੂਟੀਆਂ ਤੋਂ ਲੈ ਲਈਏ ਜਾਂ ਖੂਹਾਂ ਵਿੱਚੋਂ ਲੈ ਲਈਏ ਜਾਂ ਨਦੀਆਂ ਨਹਿਰਾਂ ਵਿੱਚੋਂ ਲੈ ਲਈਏ, ਡਜ਼ਨਟ ਮੈਟਰ ਕਿ ਉਹ ਕਿਸ ਸਰੋਤ ਤੋਂ ਪ੍ਰਾਪਤ ਕੀਤਾ ਗਿਆ ਹੈ। ਆਪਾਂ ਵੇਖਣਾ ਹੈ ਕਿ ਇਸ ਦੇ ਦੋ ਤੱਤ ਹਾਈਡਰੋਜਨ ਅਤੇ ਆਕਸੀਜਨ ਜਿਨ੍ਹਾਂ ਤੋਂ ਮਿਲ ਕੇ ਇਹ ਯੌਗਿਕ ਪਾਣੀ ਬਣਦਾ ਹੈ।
ਇਹਨਾਂ ਦਾ ਅਨੁਪਾਤ ਕੀ ਹੈ, ਪੁੰਜਾਂ ਦਾ ਅਨੁਪਾਤ ਕੀ ਹੈ। ਹੁਣ ਹਾਈਡਰੋਜਨ ਹੈ ਜਿਹੜਾ, ਉਹਦਾ ਪਰਮਾਣੂ ਪੁੰਜ ਹੁੰਦਾ ਹੈ 1। ਇੱਥੇ ਆਪਣੇ ਕੋਲੇ ਕਿੰਨੇ ਪਰਮਾਣੂ ਨੇ ਹਾਈਡਰੋਜਨ ਦੇ, 2। ਸੋ ਇਹਨੂੰ ਆਪਾਂ 2 ਨਾਲ ਗੁਣਾ ਕਰਾਂਗੇ, 2 ਗੁਣਾ 1, 2 ਪਰਮਾਣੂ ਹਾਈਡਰੋਜਨ ਦੇ, ਤੇ ਹਾਈਡਰੋਜਨ ਦਾ ਪਰਮਾਣੂ ਪੁੰਜ ਹੁੰਦਾ ਹੈ 1। ਇਸ ਤਰ੍ਹਾਂ ਆਕਸੀਜਨ ਹੈ, ਇੱਥੇ ਆਪਣੇ ਕੋਲੇ ਆਕਸੀਜਨ ਦਾ ਇੱਕ ਹੀ ਪਰਮਾਣੂ ਹੈ, ਤੇ ਆਕਸੀਜਨ ਦਾ ਪਰਮਾਣੂ ਪੁੰਜ ਹੁੰਦਾ ਹੈ 16। ਸੋ ਇੱਥੇ ਆਪਣੇ ਕੋਲੇ ਅਨੁਪਾਤ ਕਿੰਨਾ ਆ ਰਿਹਾ ਹੈ, 2:16। ਆਪਾਂ ਇਸ ਨੂੰ ਫਿਰ ਅੱਗੇ ਛੋਟੀ ਸੰਖਿਆ ਵਿੱਚ ਲੈ ਕੇ ਜਾਣਾ ਹੈ, ਤਾਂ ਇਹ ਅਨੁਪਾਤ ਆਪਣੇ ਕੋਲੇ ਆ ਗਿਆ ਹੁਣ 1:8। ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਵਾਟਰ ਦਾ ਅਣੂ ਹੈ, ਪਾਣੀ ਦਾ ਅਣੂ ਹੈ, ਇਸ ਦਾ ਸਰੋਤ ਬੇਸ਼ੱਕ ਜੋ ਮਰਜ਼ੀ ਹੋਵੇ, ਇਸ ਵਿਚਲੇ ਤੱਤਾਂ ਦੇ ਪੁੰਜਾਂ ਦਾ ਅਨੁਪਾਤ ਹਮੇਸ਼ਾ ਇੱਕ ਨਿਸ਼ਚਿਤ ਹੋਵੇਗਾ, ਜਿਹੜਾ ਕਿ 1:8 ਹੈ। ਪਿਆਰੇ ਵਿਦਿਆਰਥੀਓ, ਆਪਣਾ ਅਗਲਾ ਟੌਪਿਕ ਹੈ ਡਾਲਟਨ ਦਾ ਪਰਮਾਣੂ ਸਿਧਾਂਤ। ਡਾਲਟਨ ਦੇ ਪਰਮਾਣੂ ਸਿਧਾਂਤ ਦਾ ਪਹਿਲਾ ਨੁਕਤਾ ਹੈ, ਸਾਰੇ ਪਦਾਰਥ ਪਰਮਾਣੂਆਂ ਤੋਂ ਬਣਦੇ ਹਨ। ਪਦਾਰਥ ਚਾਹੇ ਜੋ ਕੋਈ ਵੀ ਹੋਵੇ, ਛੋਟਾ ਹੋਵੇ ਜਾਂ ਵੱਡਾ ਹੋਵੇ, ਉਹ ਬਣਿਆ ਪਰਮਾਣੂਆਂ ਦਾ ਹੀ ਹੈ। ਜਿਵੇਂ ਕਿ ਤੁਸੀਂ ਇਸ ਪਿਕਚਰ ਵਿੱਚ ਵੇਖ ਸਕਦੇ ਹੋ, ਕਾਰ ਹੋਵੇ, ਚਾਂਦੀ ਦੇ ਸਿੱਕੇ ਹੋਣ ਜਾਂ ਇਨਸਾਨ ਹੋਵੇ, ਹਰ ਵਸਤੂ ਪਰਮਾਣੂਆਂ ਤੋਂ ਹੀ ਬਣੀ ਹੈ। ਡਾਲਟਨ ਦੇ ਪਰਮਾਣੂ ਸਿਧਾਂਤ ਦਾ ਦੂਸਰਾ ਨੁਕਤਾ ਹੈ, ਪਰਮਾਣੂ ਨਾ ਵੰਡਣਯੋਗ ਸੂਖਮਤਮ ਕਣ ਹੁੰਦੇ ਹਨ, ਜੋ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਿਤ ਹੁੰਦੇ ਹਨ ਅਤੇ ਨਾ ਹੀ ਉਹਨਾਂ ਦਾ ਵਿਨਾਸ਼ ਹੁੰਦਾ ਹੈ। ਇਸ ਦਾ ਮਤਲਬ ਪਰਮਾਣੂ ਸਭ ਤੋਂ ਛੋਟਾ ਕਣ ਹੈ, ਇਸ ਨੂੰ ਹੋਰ ਛੋਟੇ ਕਣਾਂ ਵਿੱਚ ਵੰਡਿਆ ਨਹੀਂ ਜਾ ਸਕਦਾ। ਕਿਸੇ ਵੀ ਰਸਾਇਣਿਕ ਕਿਰਿਆ ਦੌਰਾਨ ਪਰਮਾਣੂ ਨਾ ਤਾਂ ਪੈਦਾ ਹੁੰਦੇ ਹਨ ਅਤੇ ਨਾ ਹੀ ਨਸ਼ਟ ਹੁੰਦੇ ਹਨ, ਉਹ ਸਿਰਫ ਰੀਅਰੇਂਜ ਹੁੰਦੇ ਹਨ। ਜਿਵੇਂ ਇਸ ਵੀਡੀਓ ਵਿੱਚ ਇੱਕ ਰਸਾਇਣਿਕ ਕਿਰਿਆ ਦੌਰਾਨ ਰਿਐਕਟੈਂਟਸ ਦੇ ਪਰਮਾਣੂਆਂ ਦਾ ਰੀਅਰੇਂਜਮੈਂਟ ਹੋ ਰਿਹਾ ਹੈ ਅਤੇ ਪ੍ਰੋਡਕਟਸ ਬਣ ਰਹੇ ਹਨ। ਇੱਥੇ ਨਾ ਤਾਂ ਕੋਈ ਨਵਾਂ ਪਰਮਾਣੂ ਬਣ ਰਿਹਾ ਹੈ ਅਤੇ ਨਾ ਹੀ ਕੋਈ ਪਰਮਾਣੂ ਨਸ਼ਟ ਹੋ ਰਿਹਾ ਹੈ। ਡਾਲਟਨ ਦੇ ਪਰਮਾਣੂ ਸਿਧਾਂਤ ਦਾ ਤੀਸਰਾ ਨੁਕਤਾ ਹੈ, ਦਿੱਤੇ ਗਏ ਤੱਤ ਦੇ ਸਾਰੇ ਪਰਮਾਣੂਆਂ ਦੇ ਪੁੰਜ ਅਤੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ। ਚੌਥੇ ਨੁਕਤੇ ਮੁਤਾਬਕ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਪੁੰਜ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ। ਇਹਨਾਂ ਦੋਵੇਂ ਨੁਕਤਿਆਂ ਨੂੰ ਸਮਝਣ ਲਈ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ। ਇੱਥੇ ਇੱਕ ਹੀ ਤੱਤ ਹਾਈਡਰੋਜਨ ਦੇ 2 ਪਰਮਾਣੂ ਹਨ। ਇਹ ਦੋਵੇਂ ਪਰਮਾਣੂ ਇੱਕ ਸਮਾਨ ਹਨ। ਜੇ ਆਪਾਂ ਇਹਨਾਂ ਨੂੰ ਇੱਕ ਤੱਕੜੀ ਵਿੱਚ ਤੋਲਣ ਦੀ ਕੋਸ਼ਿਸ਼ ਕਰੀਏ ਤਾਂ ਇਹਨਾਂ ਦਾ ਪੁੰਜ ਇੱਕ ਸਮਾਨ ਹੈ। ਹੁਣ ਜੇ ਇਹਨਾਂ ਪਰਮਾਣੂਆਂ ਨੂੰ ਇੱਕ ਇਮੈਜਨਰੀ ਬੀਕਰ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਦੋਵੇਂ ਆਸਾਨੀ ਨਾਲ ਬੀਕਰ ਵਿੱਚ ਫਿੱਟ ਹੋ ਜਾਂਦੇ ਹਨ। ਕਿਉਂਕਿ ਇਹਨਾਂ ਦੋਵਾਂ ਦਾ ਆਕਾਰ ਇੱਕ ਸਮਾਨ ਹੈ। ਹੁਣ ਆਪਾਂ 2 ਵੱਖ-ਵੱਖ ਤੱਤਾਂ ਹਾਈਡਰੋਜਨ ਅਤੇ ਆਕਸੀਜਨ ਦੇ ਪਰਮਾਣੂ ਵੇਖਦੇ ਹਾਂ। ਤੱਕੜੀ ਵਿੱਚ ਤੋਲਣ ਤੇ ਆਕਸੀਜਨ ਦੇ ਪਰਮਾਣੂ ਦਾ ਪੁੰਜ ਹਾਈਡਰੋਜਨ ਦੇ ਪਰਮਾਣੂ ਨਾਲੋਂ ਜ਼ਿਆਦਾ ਹੈ। ਬੀਕਰ ਵਿੱਚ ਫਿੱਟ ਕਰਨ ਤੇ ਆਕਸੀਜਨ ਦਾ ਪਰਮਾਣੂ ਉਸੇ ਬੀਕਰ ਵਿੱਚ ਫਿੱਟ ਨਹੀਂ ਹੁੰਦਾ, ਕਿਉਂਕਿ ਆਕਸੀਜਨ ਦੇ ਪਰਮਾਣੂ ਦਾ ਆਕਾਰ ਹਾਈਡਰੋਜਨ ਦੇ ਪਰਮਾਣੂ ਤੋਂ ਵੱਡਾ ਹੈ। ਇਸ ਦਾ ਮਤਲਬ ਹੈ ਕਿ ਇਹਨਾਂ ਦੋਵਾਂ ਪਰਮਾਣੂਆਂ ਦੇ ਪੁੰਜ ਅਤੇ ਗੁਣ ਵੱਖਰੇ-ਵੱਖਰੇ ਹਨ। ਡਾਲਟਨ ਦੇ ਪਰਮਾਣੂ ਸਿਧਾਂਤ ਦਾ 5ਵਾਂ ਨੁਕਤਾ ਹੈ, ਵੱਖ-ਵੱਖ ਤੱਤਾਂ ਦੇ ਪਰਮਾਣੂ ਆਪਸ ਵਿੱਚ ਇੱਕ ਛੋਟੀ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ। ਬੱਚਿਓ, ਕੀ ਤੁਸੀਂ ਕਦੇ ਅੱਧੇ ਜਾਂ ਡੇਢ ਪਰਮਾਣੂ ਬਾਰੇ ਸੁਣਿਆ ਹੈ? ਨਹੀਂ ਨਾ, ਕਿਉਂਕਿ ਆਪਾਂ ਕਦੇ ਗੱਲ ਹੀ ਨਹੀਂ ਕੀਤੀ। ਆਪਾਂ ਹਮੇਸ਼ਾ ਪੂਰਨ ਸੰਖਿਆ ਦੇ ਰੂਪ ਵਿੱਚ ਹੀ ਪਰਮਾਣੂਆਂ ਦੀ ਗੱਲ ਕਰਦੇ ਹਾਂ, ਜਿਵੇਂ 1, 2, 3, 4 ਐਟਸੈਟਰਾ। ਹੁਣ ਡਾਲਟਨ ਦਾ 5ਵਾਂ ਸਿਧਾਂਤ ਆਪਾਂ ਨੂੰ ਕਹਿੰਦਾ ਹੈ ਕਿ ਵੱਖ-ਵੱਖ ਤੱਤਾਂ ਦੇ ਪਰਮਾਣੂ ਜਦੋਂ ਆਪਸ ਵਿੱਚ ਕੰਬਾਈਨ ਕਰਕੇ ਯੌਗਿਕ ਦਾ ਨਿਰਮਾਣ ਕਰਦੇ ਹਨ ਤਾਂ ਉਹ ਹਮੇਸ਼ਾ ਇੱਕ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਹੀ ਮਿਲਦੇ ਹਨ, ਔਰ ਉਹ ਪੂਰਨ ਸੰਖਿਆ ਵੀ ਛੋਟੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਦੇਖੋ, ਇੱਕ ਪਾਣੀ ਦਾ ਯੌਗਿਕ ਲਿਆ ਆਪਾਂ H2O, ਇਹਦੇ ਵਿੱਚ ਹਾਈਡਰੋਜਨ ਦੇ 2 ਪਰਮਾਣੂ ਅਤੇ ਆਕਸੀਜਨ ਦਾ 1 ਪਰਮਾਣੂ ਕੰਬਾਈਨ ਕੀਤਾ ਤੇ ਇੱਕ ਯੌਗਿਕ ਦਾ ਨਿਰਮਾਣ ਹੋਇਆ। ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਲੈ ਸਕਦੇ ਹਾਂ, ਮੀਥੇਨ CH4, ਇਸ ਵਿੱਚ ਕਾਰਬਨ ਦਾ 1 ਪਰਮਾਣੂ ਅਤੇ ਹਾਈਡਰੋਜਨ ਦੇ 4 ਪਰਮਾਣੂ ਕੰਬਾਈਨ ਕੀਤੇ ਤਾਂ ਇੱਕ ਯੌਗਿਕ ਦਾ ਨਿਰਮਾਣ ਹੋਇਆ CH4। ਡਾਲਟਨ ਦੇ
ਪਰਮਾਣੂ ਸਿਧਾਂਤ ਦਾ 6ਵਾਂ ਨੁਕਤਾ ਹੈ ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸ਼ਚਿਤ ਹੁੰਦੀਆਂ ਹਨ। ਬੱਚਿਓ, ਇਸ ਸਿਧਾਂਤ ਅਨੁਸਾਰ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਕਿਸੇ ਵੀ ਯੌਗਿਕ ਦੇ ਨਿਰਮਾਣ ਵੇਲੇ ਨਿਸ਼ਚਿਤ ਰਹਿੰਦੀਆਂ ਹਨ। ਇਹਦਾ ਹੁਣ ਕੀ ਮਤਲਬ ਹੈ? ਆਪਾਂ ਉਦਾਹਰਨ ਦੇਖਦੇ ਹਾਂ। ਪਾਣੀ ਇੱਕ ਯੌਗਿਕ ਹੈ, H2O ਵਾਟਰ ਮੋਲੀਕਿਊਲ। ਇਹਦੇ ਵਿੱਚ ਪਰਮਾਣੂ ਹਾਈਡਰੋਜਨ ਅਤੇ ਆਕਸੀਜਨ, ਇਹਨਾਂ ਦੀ ਸੰਖਿਆ ਨਿਸ਼ਚਿਤ ਰਹਿੰਦੀ ਹੈ ਵੀ 2 ਹਾਈਡਰੋਜਨ ਅਤੇ 1 ਆਕਸੀਜਨ ਦਾ ਪਰਮਾਣੂ ਮਿਲ ਕੇ ਹੀ ਇੱਕ ਵਾਟਰ ਦੇ ਮੋਲੀਕਿਊਲ ਦਾ ਨਿਰਮਾਣ ਕਰਨਗੇ। ਦੂਸਰੀ ਗੱਲ ਆਪਾਂ ਕਰਦੇ ਹਾਂ ਕਿ ਇਹ ਵਾਟਰ ਬੇਸ਼ੱਕ ਇਸ ਦਾ ਸੋਰਸ ਕੁਝ ਵੀ ਹੋਵੇ, ਇਹਨੂੰ ਚਾਹੇ ਆਪਾਂ ਵਾਟਰ ਬੋਟਲ ਚੋਂ ਲੈ ਲਈਏ, ਚਾਹੇ ਆਪਾਂ ਨਦੀਆਂ ਨਹਿਰਾਂ ਤੋਂ ਲੈ ਲਈਏ, ਚਾਹੇ ਆਪਾਂ ਖੂਹਾਂ ਵਿੱਚੋਂ ਭਰ ਲਈਏ ਜਾਂ ਟੂਟੀਆਂ ਵਿੱਚੋਂ ਭਰੀਏ, ਇਸ ਦੇ ਵਿਚਲੇ ਪਰਮਾਣੂਆਂ ਦੀ ਜਿਹੜੀ ਸੰਖਿਆ ਹੈ ਉਹ ਚੇਂਜ ਨਹੀਂ ਹੋਵੇਗੀ। ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਇਹ ਪਾਣੀ ਹੈ ਇਸ ਦੀ ਸਟੇਟ ਬੇਸ਼ੱਕ ਬਦਲ ਜਾਵੇ। ਸਟੇਟ ਮਤਲਬ ਚਾਹੇ ਸੋਲਿਡ ਹੋਵੇ, ਚਾਹੇ ਇਹ ਲਿਕੁਇਡ ਹੋਵੇ ਜਾਂ ਇਹ ਗੈਸ ਹੋਵੇ, ਬਰਫ਼ ਹੋਵੇ ਜਾਂ ਇਹ ਪਾਣੀ ਹੋਵੇ ਜਾਂ ਇਹ ਗੈਸ ਦੀ ਫਾਰਮ ਵਿੱਚ ਹੋਵੇ, ਤਾਂ ਵੀ ਇਸ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਇਹਨਾਂ ਦੀਆਂ ਕਿਸਮਾਂ, ਮਤਲਬ ਇਹ ਹਾਈਡਰੋਜਨ ਤੇ ਆਕਸੀਜਨ ਹੀ ਹੋਣਗੇ ਅਤੇ ਸੰਖਿਆ 2 ਅਤੇ 1 ਹੀ ਹੋਵੇਗੀ ਤਾਂ ਇੱਕ ਵਾਟਰ ਮੋਲੀਕਿਊਲ ਦਾ ਨਿਰਮਾਣ ਕਰਨਗੇ। ਪਿਆਰੇ ਵਿਦਿਆਰਥੀਓ, ਆਓ ਜਾਣੀਏ ਡਾਲਟਨ ਦੇ ਪਰਮਾਣੂ ਸਿਧਾਂਤ ਦੇ ਕਿਹੜੇ ਨੁਕਤੇ ਰਸਾਇਣਿਕ ਸੰਯੋਜਨ ਦੇ ਨਿਯਮਾਂ ਦੀ ਵਿਆਖਿਆ ਕਰਦੇ ਹਨ। ਪ੍ਰਸ਼ਨ ਹੈ, ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਪੁੰਜ ਦੇ ਸੁਰੱਖਿਆ ਦੇ ਨਿਯਮ ਦਾ ਨਤੀਜਾ ਹੈ? ਆਨਸਰ ਹੈ, ਡਾਲਟਨ ਦੇ ਪਰਮਾਣੂ ਸਿਧਾਂਤ ਦਾ ਦੂਸਰਾ ਨੁਕਤਾ ਪੁੰਜ ਦੇ ਸੁਰੱਖਿਆ ਦੇ ਨਿਯਮ ਦਾ ਨਤੀਜਾ ਹੈ। ਇਸ ਪਿਕਚਰ ਨੂੰ ਧਿਆਨ ਨਾਲ ਵੇਖੋ। ਇੱਥੇ ਰਿਐਕਟੈਂਟਸ ਦੇ ਪਰਮਾਣੂਆਂ ਦਾ ਰੀਅਰੇਂਜਮੈਂਟ ਹੁੰਦਾ ਹੈ ਅਤੇ ਪ੍ਰੋਡਕਟਸ ਦਾ ਨਿਰਮਾਣ ਹੁੰਦਾ ਹੈ। ਸੋ ਇਸ ਰਸਾਇਣਿਕ ਕਿਰਿਆ ਦੌਰਾਨ ਨਾ ਤਾਂ ਪਰਮਾਣੂਆਂ ਦਾ ਸਿਰਜਣ ਜਾਂ ਵਿਨਾਸ਼ ਹੋ ਰਿਹਾ ਹੈ ਅਤੇ ਨਾ ਹੀ ਉਹਨਾਂ ਦੇ ਪੁੰਜਾਂ ਦਾ। ਅਗਲਾ ਪ੍ਰਸ਼ਨ ਹੈ, ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸ਼ਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ? ਉੱਤਰ ਹੈ, ਡਾਲਟਨ ਦੇ ਪਰਮਾਣੂ ਸਿਧਾਂਤ ਦਾ 5ਵਾਂ ਅਤੇ 6ਵਾਂ ਨੁਕਤਾ ਨਿਸ਼ਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ। ਜਿਵੇਂ ਕਿ ਇਸ ਪਿਕਚਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਦੇ ਯੌਗਿਕ ਵਿੱਚ ਹਾਈਡਰੋਜਨ ਅਤੇ ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਦਾ ਅਨੁਪਾਤ ਨਿਸ਼ਚਿਤ ਹੈ, ਭਾਵੇਂ ਪਾਣੀ ਦਾ ਸਰੋਤ ਜੋ ਕੋਈ ਵੀ ਹੋਵੇ। ਇਸੇ ਤਰ੍ਹਾਂ ਮੀਥੇਨ CH4 ਵਿੱਚ ਕਾਰਬਨ ਅਤੇ ਹਾਈਡਰੋਜਨ ਦੇ ਪਰਮਾਣੂਆਂ ਦੀ ਸੰਖਿਆ ਦਾ ਅਨੁਪਾਤ ਨਿਸ਼ਚਿਤ ਹੈ। ਬੱਚਿਓ, ਹੁਣ ਆਪਾਂ ਗੱਲ ਕਰਾਂਗੇ ਪਰਮਾਣੂ ਦੇ ਆਕਾਰ ਦੀ। ਪਰਮਾਣੂ ਕਿੰਨੇ ਵੱਡੇ ਹੁੰਦੇ ਹਨ? ਆਪਾਂ ਸ਼ੁਰੂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਪਰਮਾਣੂ ਬਹੁਤ ਹੀ ਬਾਰੀਕ ਕਣ ਹੁੰਦੇ ਹਨ, ਇਹ ਸੂਖਮਤਮ ਹੁੰਦੇ ਹਨ, ਇਹਨਾਂ ਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ ਹੈ ਔਰ ਇਹਨਾਂ ਨੂੰ ਆਪਾਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ। ਜੇ ਆਪਾਂ ਕਈ ਲੱਖ ਪਰਮਾਣੂਆਂ ਨੂੰ ਇੱਕ ਦੇ ਉੱਪਰ ਇੱਕ ਕਰਕੇ ਰੱਖੀਏ ਤਾਂ ਉਹਨਾਂ ਦੀ ਜਿਹੜੀ ਮੋਟਾਈ ਹੈ ਉਹ ਕਿੰਨੀ ਕੁ ਆਏਗੀ? ਇਮੇਜਿਨ ਕਰ ਸਕਦੇ ਹੋ? ਸਿਰਫ ਆਹ ਕਾਗਜ਼ ਦੀ ਸ਼ੀਟ ਜਿੰਨੀ ਮੋਟਾਈ ਆਏਗੀ ਉਹਨਾਂ ਦੀ। ਕਈ ਲੱਖ ਪਰਮਾਣੂਆਂ ਨੂੰ ਰੱਖਣ ਤੇ ਵੀ ਉਹਨਾਂ ਦੀ ਮੋਟਾਈ ਸਿਰਫ ਆ ਕਾਗਜ਼ ਦੀ ਸ਼ੀਟ ਜਿੰਨੀ ਆਏਗੀ। ਸੋ ਇਮੇਜਿਨ ਕਿ ਪਰਮਾਣੂ ਦਾ ਸਾਈਜ਼ ਕਿੰਨਾ ਛੋਟਾ ਹੁੰਦਾ ਹੈ। ਜੇ ਹੁਣ ਆਪਾਂ ਗੱਲ ਕਰੀਏ ਕਿ ਆਪਾਂ ਪਰਮਾਣੂ ਦਾ ਸਾਈਜ਼ ਮਾਪਣਾ ਹੋਵੇ, ਪਰਮਾਣੂ ਦਾ ਅਰਧ ਵਿਆਸ ਨਾਪਣਾ ਹੋਵੇ, ਕਿਸ ਤਰ੍ਹਾਂ ਮਾਪਾਂਗੇ? ਜਿਸ ਤਰ੍ਹਾਂ ਆਪਾਂ ਕੱਪੜਾ ਮਾਪਣਾ ਹੈ ਤਾਂ ਆਪਾਂ ਉਹਨੂੰ ਮੀਟਰਾਂ ਵਿੱਚ ਨਾਪ ਲਾਂਗੇ। ਆਪਾਂ ਕਾਗਜ਼ ਦੀ ਲੰਬਾਈ ਨਾਪਣੀ ਹੈ, ਆਪਾਂ ਸੈਂਟੀਮੀਟਰਾਂ 'ਚ ਨਾਪ ਲਾਂਗੇ। ਇਸੇ ਤਰ੍ਹਾਂ ਹੀ ਇੱਕ ਯੂਨਿਟ ਹੈ ਪਰਮਾਣੂ ਦਾ ਅਰਧ ਵਿਆਸ ਜਾਂ ਇਹਦਾ ਸਾਈਜ਼ ਮਾਪਣ ਦੇ ਲਈ, ਔਰ ਉਹ ਹੈ ਨੈਨੋਮੀਟਰਸ। ਨੈਨੋਮੀਟਰ क्या है? देखो ਹੁਣ 1 ਮੀਟਰ ਵਿੱਚ ਆਪਾਂ ਕਹਿੰਦੇ ਹਾਂ ਕਿ ਆਪਣੇ ਕੋਲੇ 100 ਸੈਂਟੀਮੀਟਰ ਹੁੰਦੇ ਹਨ, ਠੀਕ ਹੈ। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ 1 ਮੀਟਰ ਬਰਾਬਰ ਹੈ 10 ਦੀ ਪਾਵਰ 2 ਸੈਂਟੀਮੀਟਰ। 10 ਦੀ ਪਾਵਰ 2 ਮਤਲਬ 2 ਜ਼ੀਰੋ ਆ ਗਈਆਂ ਵੀ 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਨੇ। 1 ਮੀਟਰ ਬਰਾਬਰ ਹੈ 10 ਦੀ ਪਾਵਰ 2 ਸੈਂਟੀਮੀਟਰ। ਹੁਣ ਜੇ ਆਪਾਂ ਇੱਥੇ 10 ਦੀ ਪਾਵਰ 9 ਕਰ ਦਈਏ, 2 ਦੀ ਜਗ੍ਹਾ ਤੇ 9 ਕਰ ਦਿੱਤਾ, ਮੀਨਸ 1 ਦੇ ਨਾਲ ਆਪਾਂ 2 ਦੀ ਬਜਾਏ 9 ਜ਼ੀਰੋਆਂ ਪਾ ਦਈਏ ਤਾਂ ਉਹ ਬਣ ਜਾਏਗਾ ਨੈਨੋਮੀਟਰ।
ਇਹਨੂੰ ਹੋਰ ਆਸਾਨ ਭਾਸ਼ਾ ਵਿੱਚ ਸਮਝੀਏ ਕਿ 1 ਮੀਟਰ ਦੇ ਜੇ ਆਪਾਂ 100 ਕਰੋੜ ਹਿੱਸੇ ਕਰਾਂਗੇ, 1 ਮੀਟਰ ਦੇ 100 ਕਰੋੜ ਹਿੱਸੇ ਕਰਾਂਗੇ ਤਾਂ ਇੱਕ ਹਿੱਸਾ 1 ਨੈਨੋਮੀਟਰ ਹੋਵੇਗਾ। ਸੋ ਦੇਖੋ ਹੁਣ ਪਰਮਾਣੂ ਦਾ ਸਾਈਜ਼ ਕਿੰਨਾ ਛੋਟਾ ਹੁੰਦਾ ਹੈ, ਨੈਨੋਮੀਟਰ ਇਸ ਨੂੰ ਮਾਪਣ ਦੀ ਇਕਾਈ ਹੈ। ਹੁਣ ਆਪਾਂ ਜੇ ਇਹਨੂੰ ਉਲਟਾ ਕਰਕੇ ਲਿਖੀਏ, 1 ਨੈਨੋਮੀਟਰ ਬਰਾਬਰ ਹੋਏਗਾ 10 ਦੀ ਪਾਵਰ -9 ਮੀਟਰ। ਸੋ ਜੇ ਆਪਾਂ ਪਰਮਾਣੂ ਮੇਜਰ ਕਰਨੇ ਨੇ, ਨੈਨੋਮੀਟਰ ਚ ਮੇਜਰ ਕਰਾਂਗੇ ਤਾਂ ਉਹਨੂੰ ਲਿਖਿਆ ਜਾਏਗਾ 10 ਦੀ ਪਾਵਰ -9 ਮੀਟਰ। ਬੱਚਿਓ ਆਓ ਹੁਣ ਆਪਾਂ ਤੱਤਾਂ ਦੇ ਪਰਮਾਣੂਆਂ ਦੇ ਸੰਕੇਤਾਂ ਬਾਰੇ ਗੱਲ ਕਰੀਏ। ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਆਧੁਨਿਕ ਸੰਕੇਤ। ਸੰਕੇਤ ਮਤਲਬ ਸਿੰਬਲ, ਤੇ ਕਿਸੇ ਵੀ ਤੱਤ ਦਾ ਪੂਰਾ ਨਾਮ ਲਿਖਣ ਦੀ ਬਜਾਏ ਉਸ ਨੂੰ ਆਪਾਂ ਕਿਸ ਸੰਕੇਤ ਨਾਲ ਲਿਖ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਹਾਈਡਰੋਜਨ ਨੂੰ ਹਮੇਸ਼ਾ H ਨਾਲ ਹੀ ਦਰਸਾਉਂਦੇ ਹਾਂ, ਆਕਸੀਜਨ ਨੂੰ ਆਪਾਂ O ਨਾਲ ਲਿਖਦੇ ਹਾਂ। ਪੂਰਾ ਨਾਮ ਹਾਈਡਰੋਜਨ ਲਿਖਣ ਦੀ ਬਜਾਏ H ਨਾਲ ਲਿਖਣਾ ਮੀਨਸ H ਉਹਦਾ ਸੰਕੇਤ ਹੈ। ਪੂਰਾ ਆਕਸੀਜਨ ਫੁੱਲ ਲਿਖਣ ਦੀ ਬਜਾਏ O ਨਾਲ ਲਿਖਣਾ ਮੀਨਸ O ਉਹਦਾ ਸੰਕੇਤ ਹੈ। ਸੋ ਇਸ ਤਰ੍ਹਾਂ ਵੱਖ-ਵੱਖ ਤੱਤਾਂ ਨੂੰ ਅਲੱਗ-ਅਲੱਗ ਸੰਕੇਤ ਮਿਲੇ ਹੋਏ ਹਨ। ਹੁਣ ਇਹ ਸੰਕੇਤ ਕਿੱਥੋਂ ਆਉਂਦੇ ਹਨ? ਇਹਨਾਂ ਦੇ ਲਈ ਮਨਜ਼ੂਰੀ ਕੌਣ ਦਿੰਦਾ ਹੈ? ਇੱਕ ਇੰਟਰਨੈਸ਼ਨਲ ਯੂਨੀਅਨ ਹੈ IUPAC। ਇਹ ਹੈ ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਐਪਲਾਈਡ ਕੈਮਿਸਟਰੀ। ਇਹ ਯੂਨੀਅਨ ਸਾਰੇ ਤੱਤਾਂ ਦੇ ਨਾਵਾਂ ਅਤੇ ਉਹਨਾਂ ਦੇ ਸੰਕੇਤਾਂ ਨੂੰ ਮਨਜ਼ੂਰੀ ਦਿੰਦੀ ਹੈ ਔਰ ਇਹ ਵਰਲਡ ਵਾਈਡ ਹੈ। ਬੇਸ਼ੱਕ ਆਪਾਂ ਇੰਗਲੈਂਡ ਵਿੱਚ ਗੱਲ ਕਰੀਏ, ਅਮਰੀਕਾ ਵਿੱਚ ਜਾ ਕੇ ਗੱਲ ਕਰੀਏ, ਕੈਨੇਡਾ ਵਿੱਚ ਜਾਂ ਇੰਡੀਆ ਵਿੱਚ ਜਾਂ ਜਾਪਾਨ ਵਿੱਚ, ਕਿਤੇ ਵੀ ਆਪਾਂ ਸਟੱਡੀ ਕਰੀਏ ਕੈਮਿਸਟਰੀ ਨੂੰ, ਹਰ ਜਗ੍ਹਾ ਤੇ ਇਹਨਾਂ ਤੱਤਾਂ ਦੇ ਸਿੰਬਲ, ਸੰਕੇਤ, ਇਹਨਾਂ ਦੇ ਨਾਮ ਸੇਮ ਹੀ ਰਹਿਣਗੇ, ਇਹ ਚੇਂਜ ਨਹੀਂ ਹੋਣਗੇ। ਕਲੀਅਰ? ਚਲੋ ਹੁਣ ਆਪਾਂ ਦੇਖਦੇ ਹਾਂ ਕਿ ਸੰਕੇਤ ਕਿਸ ਤਰ੍ਹਾਂ ਬਣੇ। ਆਮ ਤੌਰ ਤੇ ਤੱਤਾਂ ਦੇ ਸੰਕੇਤ ਉਹਨਾਂ ਦੇ ਅੰਗਰੇਜ਼ੀ ਨਾਮ ਦੇ ਪਹਿਲੇ ਅੱਖਰ ਜਾਂ ਪਹਿਲੇ 2 ਅੱਖਰਾਂ ਨੂੰ ਲੈ ਕੇ ਬਣੇ ਹੁੰਦੇ ਹਨ। ਜਿਸ ਤਰ੍ਹਾਂ ਹਾਈਡਰੋਜਨ, ਹਾਈਡਰੋਜਨ ਇਹ ਉਸਦੇ ਅੰਗਰੇਜ਼ੀ ਨਾਮ ਦੇ ਪਹਿਲੇ ਅੱਖਰ ਤੋਂ ਬਣਿਆ ਹੈ। ਆਕਸੀਜਨ, ਇਹ ਵੀ ਇਸ ਦੇ ਅੰਗਰੇਜ਼ੀ ਵਿੱਚ ਲਿਖੇ ਜਾਣ ਵਾਲੇ ਨਾਮ ਦੇ ਪਹਿਲੇ ਅੱਖਰ ਤੋਂ ਬਣਿਆ ਹੈ। ਨਾਈਟ੍ਰੋਜਨ N, ਇਹ ਵੀ ਇਸ ਦੇ ਅੰਗਰੇਜ਼ੀ ਨਾਮ ਦੇ ਪਹਿਲੇ ਲੈਟਰ ਤੋਂ ਬਣਿਆ ਹੈ। ਸਲਫਰ, ਇਹ ਵੀ ਸਲਫਰ S ਤੋਂ ਅੰਗਰੇਜ਼ੀ ਨਾਮ ਦੇ ਪਹਿਲੇ ਲੈਟਰ ਤੋਂ ਹੀ ਬਣਿਆ ਹੈ। ਕੁਝ ਤੱਤ ਅਜਿਹੇ ਹਨ ਜਿਹੜੇ 2 ਲੈਟਰਸ ਨੂੰ ਮਿਲਾ ਕੇ ਬਣੇ ਹਨ। ਜਿਸ ਤਰ੍ਹਾਂ ਹੀਲੀਅਮ ਹੈ, ਇਸ ਦਾ ਪੂਰਾ ਨਾਮ ਏਦਾਂ ਲਿਖਦੇ ਹਾਂ ਹੀਲੀਅਮ। ਸੋ ਇਹ ਪਹਿਲੇ 2 ਲੈਟਰਸ ਨੂੰ ਲੈ ਕੇ ਬਣਿਆ ਹੈ ਹੀਲੀਅਮ। ਇਸੇ ਤਰ੍ਹਾਂ ਹੈ ਲੀਥੀਅਮ, ਲੀਥੀਅਮ ਵੀ ਪਹਿਲੇ 2 ਲੈਟਰਸ ਨੂੰ ਲੈ ਕੇ ਬਣਿਆ ਹੈ। ਨਿਓਨ, ਨਿਓਨ ਦੇ ਵਿੱਚ ਵੀ ਆਪਾਂ ਪਹਿਲੇ 2 ਲੈਟਰਸ ਲੈਂਦੇ ਹਾਂ Ne। ਆਰਗਨ, ਆਰਗਨ ਦੇ ਵਿੱਚ ਵੀ ਆਪਾਂ ਪਹਿਲੇ 2 ਲੈਟਰ ਲੈ ਲਏ Ar। ਐਲੂਮੀਨੀਅਮ, ਐਲੂਮੀਨੀਅਮ ਵਿੱਚ ਵੀ ਆਪਾਂ ਪਹਿਲੇ 2 ਲੈਟਰ ਲਿਖੇ ਹਨ। ਸੋ ਇਹ ਸੰਕੇਤ ਹਨ। ਇੱਥੇ ਹੁਣ ਰੂਲ ਕੀ ਅਪਲਾਈ ਹੁੰਦਾ ਹੈ ਕਿ ਜੇ ਇੱਕ ਲੈਟਰ ਵਾਲਾ ਤੱਤ ਦਾ ਸੰਕੇਤ ਹੈ ਤਾਂ ਉਹ ਕੈਪੀਟਲ ਲੈਟਰ ਹੋਏਗਾ, ਔਰ ਜੇ ਉਹ ਡਬਲ ਹੈ, ਪਹਿਲੇ 2 ਲੈਟਰ ਲਏ ਗਏ ਹਨ, ਤਾਂ ਪਹਿਲਾ ਲੈਟਰ ਕੈਪੀਟਲ ਲਿਖਣਾ ਹੈ ਅਤੇ ਦੂਜਾ ਲੈਟਰ ਸਮਾਲ ਹੀ ਲਿਖਿਆ ਜਾਏਗਾ। ਜੇ ਆਪਾਂ ਇਸ ਨੂੰ ਐਲੂਮੀਨੀਅਮ ਨੂੰ ਸਪੋਜ਼ Al ਦੋਨੇ ਕੈਪੀਟਲ ਕਰ ਦਿੱਤੇ ਤਾਂ ਇਹ ਗਲਤ ਹੈ। ਦੇਖੋ ਕੁਝ ਤੱਤਾਂ ਦੇ ਸੰਕੇਤ ਉਹਨਾਂ ਦੇ ਅੰਗਰੇਜ਼ੀ ਨਾਮ ਦੇ ਪਹਿਲੇ ਲੈਟਰ ਅਤੇ ਫਿਰ ਇੱਕ ਲੈਟਰ ਨੂੰ ਛੱਡ ਕੇ ਬਾਅਦ ਵਿੱਚ ਆਉਣ ਵਾਲੇ ਕਿਸੇ ਲੈਟਰ ਨੂੰ ਜੋੜ ਕੇ ਬਣਾਏ ਗਏ ਹਨ। ਜਿਸ ਤਰ੍ਹਾਂ ਮੈਗਨੀਸ਼ੀਅਮ, ਮੈਗਨੀਸ਼ੀਅਮ ਦਾ ਸੰਕੇਤ ਹੈ Mg, M ਕੈਪੀਟਲ G ਸਮਾਲ। M ਤੋਂ ਬਾਅਦ A ਆਂਦਾ ਹੈ, ਫਿਰ G ਆਂਦਾ ਹੈ। ਸੋ M ਲਿਆ, ਫਿਰ A ਛੱਡ ਕੇ G ਲਿਆ, ਮੈਗਨੀਸ਼ੀਅਮ ਦਾ ਸੰਕੇਤ ਬਣਿਆ Mg। ਇਸੇ ਤਰ੍ਹਾਂ ਜ਼ਿੰਕ, Zink, ਇਹਦੇ ਵਿੱਚ ਇਹਦਾ ਸੰਕੇਤ ਹੈ Zn, Z ਤੋਂ ਬਾਅਦ I ਛੱਡ ਕੇ ਫਿਰ N ਲਿਆ ਗਿਆ Zn, Z ਕੈਪੀਟਲ N ਸਮਾਲ। ਅਗਲੀ ਆਪਾਂ ਉਦਾਹਰਨ ਲੈ ਸਕਦੇ ਹਾਂ ਕਲੋਰੀਨ, CHL, ਕਲੋਰੀਨ ਦੇ ਵਿੱਚ C ਲੈ ਕੇ ਫਿਰ ਉਸ ਤੋਂ ਬਾਅਦ H ਛੱਡ ਕੇ L ਲਿਆ ਗਿਆ, C ਕੈਪੀਟਲ L ਸਮਾਲ।
ਸੋ ਇਹ ਕੁਝ ਤੱਤ ਹਨ ਜਿਨ੍ਹਾਂ ਦੇ ਸੰਕੇਤ ਉਹਨਾਂ ਦੇ ਅੰਗਰੇਜ਼ੀ ਨਾਮ ਦੇ ਪਹਿਲੇ ਲੈਟਰ ਅਤੇ ਫਿਰ ਇੱਕ ਲੈਟਰ ਛੱਡ ਕੇ ਬਾਅਦ ਵਾਲੇ ਕਿਸੇ ਲੈਟਰ ਨੂੰ ਮਿਲਾ ਕੇ ਸੰਕੇਤ ਬਣੇ ਹਨ। ਹੁਣ ਆਪਾਂ ਗੱਲ ਕਰਾਂਗੇ ਕੁਝ ਅਜਿਹੇ ਸੰਕੇਤ ਵੀ ਹਨ ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਨਾਮ ਯੂਜ਼ ਨਹੀਂ ਹੋਏ। ਕੁਝ ਅਜਿਹੇ ਤੱਤ ਹਨ ਜਿਨ੍ਹਾਂ ਦੇ ਗ੍ਰੀਕ ਜਾਂ ਲੈਟਿਨ ਲੈਂਗੁਏਜ ਦੇ ਵਿੱਚ ਉਹਨਾਂ ਦੇ ਨਾਮ ਲਏ ਗਏ ਅਤੇ ਉਹਨਾਂ ਦੇ ਫਿਰ ਲੈਟਰਸ ਚੁੱਕੇ ਗਏ ਇਹਨਾਂ ਦੇ ਸੰਕੇਤ ਲਿਖਣ ਲਈ। ਜਿਸ ਤਰ੍ਹਾਂ ਸੋਡੀਅਮ ਹੈ, ਸੋਡੀਅਮ ਦੇ ਵਿੱਚ ਹੁਣ ਦੇਖੋ SODIUM ਹੈ, ਬਟ ਇਹਦਾ ਸੰਕੇਤ ਕੀ ਹੈ? Na। ਹੁਣ ਨਾ ਇੱਥੇ N ਹੈ ਇਹਦੇ ਵਿੱਚ, ਨਾ A ਹੈ, ਸੋ ਫਿਰ Na ਕਿੱਥੋਂ ਲਿਆ ਗਿਆ? ਲੈਟਿਨ ਲੈਂਗੁਏਜ ਦੇ ਵਿੱਚ ਸੋਡੀਅਮ ਦਾ ਨਾਮ ਕੀ ਹੈ? ਨੈਟਰੀਅਮ। ਸੋ ਇਹ ਲੈਟਿਨ ਲੈਂਗੁਏਜ ਤੋਂ ਚੱਕਿਆ ਗਿਆ ਔਰ ਇਹਦਾ ਪਹਿਲੇ ਦੋ ਲੈਟਰ Na ਲੈ ਕੇ ਇਹਦਾ ਸੰਕੇਤ ਬਣਿਆ। ਇਸ ਤਰ੍ਹਾਂ ਹੋਰ ਉਦਾਹਰਨ ਹੈ ਆਪਣੇ ਕੋਲੇ ਪੋਟਾਸ਼ੀਅਮ। ਹੁਣ ਦੇਖੋ ਪੋਟਾਸ਼ੀਅਮ ਦਾ ਸਿੰਬਲ ਕੀ ਹੁੰਦਾ ਹੈ? K। ਪੋਟਾਸ਼ੀਅਮ ਦਾ P ਤੋਂ ਸਟਾਰਟ ਹੋ ਰਿਹਾ ਔਰ ਇਹਦੇ ਵਿੱਚ K ਕਿਤੇ ਵੀ ਨਹੀਂ ਆਉਂਦਾ। ਸੋ ਪੋਟਾਸ਼ੀਅਮ ਦਾ ਲੈਟਿਨ ਲੈਂਗੁਏਜ ਵਿੱਚ ਨਾਮ ਹੈ ਕੈਲੀਅਮ। ਸੋ ਇੱਥੋਂ ਕੈਲੀਅਮ ਤੋਂ ਇਹਦਾ K ਚੁੱਕਿਆ ਗਿਆ ਔਰ ਇਹਦਾ ਸਿੰਬਲ ਦਿੱਤਾ ਗਿਆ। ਇਸੇ ਤਰ੍ਹਾਂ ਆਪਾਂ ਗੱਲ ਕਰ ਸਕਦੇ ਹਾਂ ਆਇਰਨ ਦੀ। ਆਇਰਨ ਦਾ ਸਿੰਬਲ ਹੈ Fe। ਹੁਣ ਇੱਥੇ ਆਇਰਨ ਹੈ IRON, ਇੱਥੇ Fe ਤਾਂ ਕਿਤੇ ਵੀ ਨਹੀਂ ਹੈ। ਲੈਟਿਨ ਲੈਂਗੁਏਜ ਦੇ ਵਿੱਚ ਇਹਦਾ ਨਾਮ ਕੀ ਹੈ? ਫੈਰਮ। ਸੋ ਉੱਥੋਂ ਇਹਦਾ ਚੱਕਿਆ ਗਿਆ ਸੰਕੇਤ F ਤੇ E। ਬੱਚਿਓ, ਇਸ ਸਾਰਣੀ ਵਿੱਚ ਕੁਝ ਤੱਤਾਂ ਦੇ ਸੰਕੇਤ ਦਿੱਤੇ ਗਏ ਹਨ। ਇਸ ਪੂਰੀ ਸਾਰਣੀ ਨੂੰ ਇੱਕ ਵਾਰ ਵਿੱਚ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ। ਸਮੇਂ-ਸਮੇਂ ਤੇ ਅਤੇ ਵਾਰ-ਵਾਰ ਵਰਤਣ ਤੇ ਤੁਸੀਂ ਆਪਣੇ ਆਪ ਹੀ ਇਹਨਾਂ ਸੰਕੇਤਾਂ ਨੂੰ ਨਿਰਮਿਤ ਕਰਨਾ ਸਿੱਖ ਜਾਓਗੇ।